हाँ जी, अस्सलाम वालेकुम, सत श्री अकाल, नमस्कार ते दंगे मातरम साथियों। ते आर्यावर्त का तो की कहना, क्योंकि आर्यावर्त का मैनूं लगदा है भी भोग पऊगा। इलैक्शन होए, दिल्ली का रिजल्ट तुहानूं सारिआं नूं पता लग ही गया होना। 60 तो वध सीटां केजरीवाल लै गया। तो ऐतकी वो हो गया भी अब की बार दिल्ली का हिंदू खतरे से बाहर, चड्डी धारी अब चलो बिहार, वहां पर करेंगे कूड़ प्रचार। हुण चड्डी धारी जाणगे बिहार, पता नहीं अक्तूबर नवंबर दे विच उत्थे हुण इलैक्शन होण वाला आ। पूरा गंद पा लिया आ दिल्ली दे विच, हिंदू मुस्लिम नफरत पूरी फैला ली आ। ते इलैक्शन हारन दे कारण ਤਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆ, ਕਿਉਂਕਿ ਇਹ ਤਾਂ ਹੁਣ ਨਾਰਮਲ ਤੋਂ ਨਾਰਮਲ ਬੰਦਾ ਵੀ ਸਮਝਣ ਲੱਗ ਪਿਆ ਆ ਵੀ ਇੱਕ ਤਾਂ ਇਹ ਆ ਵੀ ਉਹ ਦਵਿੰਦਰ ਸਿੰਘ ਫੜਿਆ ਗਿਆ, ਨਹੀਂ ਤਾਂ ਕੋਈ ਨਾ ਕੋਈ ਇਨਸੀਡੈਂਟ ਉਹਨੇ ਕਰਨਾ ਸੀ ਜਿਹੜੇ ਉਹਦੇ ਨਾਲ ਦੋ ਬੰਦੇ ਸੀ, ਤੇ ਫਿਰ ਹਿੰਦੂ ਮੁਸਲਿਮ ਬਹੁਤ ਹੋਣਾ ਸੀ। ਕਿਉਂਕਿ 3 ਮਹੀਨੇ ਪਹਿਲਾਂ ਹੀ ਬੀਜੇਪੀ ਦੇ ਜਿਹੜੇ ਗੋਦੀ ਮੀਡੀਆ ਵਾਲੇ ਕਹਿਣ ਲੱਗ ਪਏ ਸੀ ਵੀ ਐਤਕੀ ਦਿੱਲੀ 'ਚ ਹਵਾ ਚੇਂਜ ਹੋਣ ਜਾ ਰਹੀ ਆ, ਪਰ ਉਹ ਦਵਿੰਦਰ ਸਿੰਘ ਫੜਿਆ ਗਿਆ। ਤੇ ਦੂਜੀ ਗੱਲ ਇਹ ਹੋ ਗਈ ਵੀ ਐਤਕੀ ਪਾਕਿਸਤਾਨ ਦਾ ਕੋਈ ਕਾਂ ਨਹੀਂ ਮਿਲਿਆ। ਜੇ ਪਾਕਿਸਤਾਨ ਦਾ ਕੋਈ ਕਾਂ ਕੂ ਮਾਰ ਦਿੰਦੇ ਉਧਰ ਜਾ ਕੇ, ਤੇ ਫਿਰ ਤਾਂ ਪੱਕਾ ਸੀ ਵੀ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਬੀਜੇਪੀ ਆਉਣਾ ਸੀ। ਜਾਣੀ ਕਿ ਪਾਕਿਸਤਾਨ ਵਾਲਿਆਂ ਨੂੰ ਵੀ ਸਮਝਣਾ ਚਾਹੀਦਾ ਆ ਵੀ ਤੁਹਾਡਾ ਜਿਹੜਾ ਕਾਂ ਆ ਨਾ, ਉਹਦੀ ਇੰਨੀ ਵੈਲਿਊ ਆ ਵੀ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਬਣ ਸਕਦਾ ਆ ਤੁਹਾਡੇ ਕਾਂ ਮਰੇ ਤੇ। ਤੇ ਦਿਲ ਛੋਟਾ ਨਾ ਕਰਿਆ ਕਰੋ। ਤੇ ਬੜਾ ਜ਼ਿਆਦਾ ਮਤਲਬ ਸਾਰਾ ਕੁਝ ਹੋਇਆ, ਪਰ ਗੱਲ ਨਹੀਂ ਬਣੀ। ਲੋਕਾਂ ਨੇ ਮੂੰਹ ਤੋੜ ਜਵਾਬ ਦਿੱਤਾ ਤੇ ਕੇਜਰੀਵਾਲ ਦੀ ਗਵਰਨਮੈਂਟ ਦੁਬਾਰਾ ਆ ਗਈ। ਲੋਕਾਂ ਨੇ ਉਹੀ ਮਤਲਬ ਆਪਦੇ ਵਿਕਾਸ ਦੇ ਨਾਂ ਤੇ, ਸਕੂਲਾਂ ਦੇ ਨਾਂ ਤੇ, ਪੜ੍ਹਾਈ ਦੇ ਨਾਂ ਤੇ ਸਾਰਾ ਕੁਝ ਉਹਨਾਂ ਨੇ ਵਧੀਆ ਕੰਮ ਕੀਤੇ ਸੀ ਤੇ ਦੁਨੀਆ ਨੇ ਵੋਟ ਪਾਈ। ਦੂਜੀ ਗੱਲ ਇਹ ਆ ਵੀ ਇਹ ਜਿਹੜਾ ਕੇਜਰੀਵਾਲ ਆ ਨਾ, ਇਹ ਬਾਣੀਆਂ ਬਹੁਤ ਸਕੀਮੀ ਆ। ਬਾਣੀਆਂ ਨੇ ਅਜੇ ਤੱਕ ਕਦੀ ਬਾਹਮਣ ਨੂੰ ਢਾਇਆ ਨਹੀਂ। ਆ ਪਹਿਲੀ ਵਾਰੀ ਆ ਹਿਸਟਰੀ ਦੇ ਵਿੱਚ ਵੀ ਬਾਣੀਆਂ ਬਾਹਮਣ ਨੂੰ ਢਾ ਗਿਆ, ਤਵਾੜੀ ਨੂੰ। ਤੇ ਹੁਣ ਜਿਹੜੇ ਹੈਗੇ ਆ ਰਿੰਕੀਆ ਕੇ ਪਾਪਾ, ਉਹ ਤਾਂ ਪਹਿਲਾਂ ਹੀ ਬੜੇ ਮਤਲਬ ਐਕਸਾਈਟਡ ਸੀ। ਤੇ ਹੁਣ ਇਹ ਆ ਵੀ ਜਿਹੜੀਆਂ ਪਹਿਲਾਂ ਪੋਸਟਾਂ ਕੀਤੀਆਂ ਹੋਈਆਂ ਆ, ਹੁਣ ਇਹਨਾਂ ਨੂੰ ਮਤਲਬ ਉਧਰਲੇ ਪਾਸੇ ਉਹਨਾਂ ਨੇ ਬਿਜ਼ੀ ਕਰ ਦਿੱਤਾ ਆ ਵੀ ਇਲੈਕਸ਼ਨ ਤਾਂ ਹਾਰ ਗਏ। ਜਿਹੜੀਆਂ ਫੁਕਰੀਆਂ ਮਾਰੀਆਂ ਸੀ ਨਾ ਇਲੈਕਸ਼ਨ ਤੋਂ ਪਹਿਲਾਂ ਵੀ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਹੁਣ ਉਹ ਪੁਰਾਣੀਆਂ ਕੀਤੀਆਂ ਹੋਈਆਂ ਪੋਸਟਾਂ ਹੁਣ ਡਿਲੀਟ ਕਰੋ। ਇਸ ਵਾਰ ਇਲੈਕਸ਼ਨ ਦੇ ਵਿੱਚ ਇੱਕ ਖਾਸੀਅਤ ਇਹ ਹੋਈ ਵੀ ਆਲਵੇਜ਼ ਕੀ ਹੁੰਦਾ ਸੀ ਵੀ ਕੋਈ ਨਾ ਕੋਈ ਵਾਕਿਆ ਹੁੰਦਾ ਸੀ ਤੇ ਉਹਦੇ ਵਿੱਚ ਕਦੀ ਬ੍ਰਾਹਮਣ ਦੇਵਤਾ ਇਨਵੋਲਵ ਨਹੀਂ ਸੀ ਹੁੰਦੇ। ਇਸ ਵਾਰ ਦੇ ਇਲੈਕਸ਼ਨ ਦੇ ਵਿੱਚ ਇਹ ਹੋਇਆ ਆ ਵੀ ਮੋਦੀ ਹਰਾਂ ਨੇ ਸ਼ਰਮਾ ਜੀ ਦੇ ਬੱਚਿਆਂ ਦੇ ਹੱਥ ਦੇ ਵਿੱਚ ਕੱਟਾ ਫੜਾ ਦਿੱਤਾ ਆ, ਤੇ ਸ਼ਰਮਾ ਜੀ ਦੀ ਬੱਚੀ ਦੇ ਹੱਥ ਦੇ ਵਿੱਚ ਡੰਡਾ ਫੜਾ ਦਿੱਤਾ ਆ। JNU ਦੇ ਵਿੱਚ ਸ਼ਰਮਾ ਜੀ ਦੀ ਬੱਚੀ ਨੇ ਡੰਡਾ ਵੀ ਚਲਾਇਆ, ਪਰ ਅਜੇ ਤੱਕ ਫੜੀ ਨਹੀਂ ਗਈ। ਤੇ ਉਧਰੋਂ ਸ਼ਰਮਾ ਜੀ ਦੇ ਬੱਚਿਆਂ ਨੇ ਆ ਕੇ ਛੀਨ ਬਾਗ ਦੇ ਵਿੱਚ ਕੱਟੇ ਨਾਲ ਫਾਇਰ ਵੀ ਕੀਤੇ, ਪਰ ਕੱਟਾ ਤਾਂ ਫੜਾ ਦਿੱਤਾ ਆ। ਪਰ ਗੱਲ ਇਹ ਆ ਵੀ ਕੱਟਾ ਚਲਾਉਣ ਵਾਸਤੇ ਜਿਗਰਾ ਚਾਹੀਦਾ ਆ। ਤੇ ਸ਼ਰਮਾ जी के बच्चे हैं, कट्टा तो पकड़ लेते हैं, लेकिन इतनी हिम्मत नहीं है कि सीधी हिक में गोली मारें। ते चलो वेखदे हैं अगे अगे की हुंदा आ। ते एक गल ये आ भी जे किते बाई चांस कोई ना कोई ओहो जी घटना हो जाती जिवें इन्हां ने पिछली वारी कीती सी, ते उदों बाद खुदा ना खास्ता ये इलैक्शन छोटा सी, नहीं तां इन्हां ने कोई ना कोई वारदात करनी सी। ਤੇ ਹੁਣ ਅੱਗੇ ਬਿਹਾਰ ਦਾ ਇਲੈਕਸ਼ਨ ਆਉਣ ਵਾਲਾ ਆ। ਬਿਹਾਰ ਦੇ ਇਲੈਕਸ਼ਨ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਕਰਨਗੇ। ਤੇ ਫਿਰ ਜਦੋਂ ਵੀ ਕੋਈ ਜਿਵੇਂ ਪਿਛਲਾ ਇਨਸੀਡੈਂਟ ਹੋਇਆ ਸੀ, ਉਹ ਉੱਥੇ ਆ ਕੇ ਇਹਨਾਂ ਨੇ ਕਾਂ ਮਾਰਿਆ ਸੀ ਤੇ ਇੱਧਰ ਇਲੈਕਸ਼ਨ ਜਿੱਤੇ ਸੀ। ਤੇ ਜਦੋਂ ਵੀ ਇਹਨਾਂ ਨੂੰ ਉਸ ਇਨਸੀਡੈਂਟ ਦਾ ਵੀ ਜਦੋਂ ਕੋਈ ਪੁੱਛਦਾ ਆ ਨਾ ਵੀ ਦੱਸੋ ਕੀ ਬਣਿਆ ਆ, ਵੀ ਉਹ ਬੰਦਾ ਜਿਹਨੇ 40 ਫੌਜੀ ਮਾਰੇ ਸੀ ਵੀ ਉਹ ਕੌਣ ਸੀ, ਕੋਈ ਉਹਦੀ ਇਨਵੈਸਟੀਗੇਸ਼ਨ ਨਾ, ਉਹਦੇ ਤੇ ਗੱਲ ਨਹੀਂ ਕਰਦੇ। ਕਹਿੰਦੇ ਆ ਵੀ ਜੇ ਤੁਸੀਂ ਇਹ ਪੁੱਛੋਗੇ ਤੇ ਫਿਰ ਆ ਤੁਸੀਂ ਗਦਾਰ, ਜੇ ਤੁਸੀਂ ਇਹ ਪੁੱਛੋਗੇ ਵੀ ਪਾਕਿਸਤਾਨ ਦੇ ਵਿੱਚ ਕਿੰਨੇ ਟੈਰਰਿਸਟ ਮਰੇ, ਫਿਰ ਆ ਤੁਸੀਂ ਗਦਾਰ। ਤੇ ਇੱਕ ਗੱਲ ਹੋ ਰਿਹਾ, ਬੀਜੇਪੀ ਨੇ ਆਪ ਹੀ ਪ੍ਰਚਾਰ ਕੀਤਾ ਸੀ ਵੀ ਭਾਈ ਦੇਸ਼ ਧਰੋਈਆਂ ਨੂੰ ਨਾ ਵੋਟ ਨਾ ਪਾਇਓ। ਤੇ ਮੰਨ ਲਿਆ ਆ ਮਤਲਬ ਦਿੱਲੀ ਦੇ ਲੋਕਾਂ ਨੇ ਇਹ ਗੱਲ ਮੰਨ ਲਈ ਆ, ਤੇ ਬਿਲਕੁਲ ਉਹਨਾਂ ਨੇ ਦੇਸ਼ ਧਰੋਈਆਂ ਨੂੰ ਵੋਟ ਨਹੀਂ ਪਾਈ। ਤੇ ਚੱਡੀ ਧਾਰੀ ਆ ਜਿਹੜੇ ਹੁਣ ਇਹ
ਬਿਹਾਰ ਵੱਲ ਨੂੰ ਤਿਆਰੀਆਂ ਕਰਨਗੇ। ਕੇਜਰੀਵਾਲ ਨੇ ਇੱਕ ਸਾਰਿਆਂ ਨਾਲੋਂ ਹੋਰ ਕੀਤਾ ਵੀ ਇਹਨਾਂ ਦਾ ਹੀ ਹਥਿਆਰ ਇਹਨਾਂ ਤੇ ਚਲਾਇਆ। ਇਹ ਹਮੇਸ਼ਾ ਕਰਦੇ ਆ ਨਾ ਜੈ ਜੈ ਸ਼੍ਰੀ ਰਾਮ, ਵੋਟਾਂ ਪਾਉਣ ਜਾਂਦੇ ਲੋਕਾਂ ਨੂੰ ਵੀ ਇਹ ਐਵੇਂ ਕਰਦੇ ਆ ਵੀ ਹਿੰਦੂ ਖਤਰੇ 'ਚ ਆ ਤੇ ਵੋਟਾਂ ਪਾਓ ਜਾ ਕੇ ਬੀਜੇਪੀ ਨੂੰ। ਉਹ ਕੇਜਰੀਵਾਲ ਨੇ ਕੀ ਕੀਤਾ ਵੀ ਉਹਨੇ 2 ਦਿਨ ਪਹਿਲਾਂ ਜਾ ਕੇ ਉੱਥੇ ਹਨੂਮਾਨ ਦੇ ਮੰਦਿਰ 'ਚ ਗਿਆ। ਕੇਜਰੀਵਾਲ ਨੇ ਉੱਥੇ ਮੱਥਾ ਟੇਕਿਆ, ਸਕੀਮੀਆਂ ਬਾਣੀਆਂ, ਮੱਥਾ ਟੇਕਿਆ ਤੇ ਇਹ ਬੀਜੇਪੀ ਨੂੰ ਇਹ ਲੱਗਿਆ ਵੀ ਇਹਨੂੰ ਹੁਣ ਘੇਰ ਲਵਾਂਗੇ ਵੀ, ਕਿਉਂਕਿ ਰਾਹੁਲ ਗਾਂਧੀ ਜਦੋਂ 2014 ਦੇ ਇਲੈਕਸ਼ਨ ਸੀ ਨਾ, ਤੇ ਨਹੀਂ ਆ ਸੱਚ 2000 ਪਿਛਲੇ ਇਲੈਕਸ਼ਨ ਜਿਹੜੇ ਲੋਕ ਸਭਾ ਦੇ, ਤੇ ਉਹ ਮੰਦਿਰ ਗਿਆ ਸੀ ਤੇ ਇਹਨਾਂ ਨੇ ਬੜਾ ਮੁੱਦਾ ਬਣਾਇਆ ਵੀ ਅਸੀਂ ਕਾਂਗਰਸ ਨੂੰ ਹਿੰਦੂਤਾ ਵੱਲ ਲੈ ਆਂਦਾ ਆ ਤੇ ਕਾਂਗਰਸ ਮੰਦਿਰ 'ਚ ਆ ਕੇ ਤੇ ਡਿੱਗ ਪਈ ਆ। ਤੇ ਇਹਨਾਂ ਨੂੰ ਮੌਕਾ ਮਿਲ ਗਿਆ, ਇਹਨਾਂ ਨੂੰ ਐ ਸੀ ਵੀ ਹੁਣ ਕੇਜਰੀਵਾਲ ਨੂੰ ਘੇਰਾਂਗੇ, ਪਰ ਕੇਜਰੀਵਾਲ ਨੇ ਆ ਕੇ ਬਾਹਰ ਆ ਕੇ ਟਵੀਟ ਕਰ ਦਿੱਤਾ ਵੀ ਮੈਨੂੰ ਭਗਵਾਨ ਹਨੂਮਾਨ ਜੀ ਦਾ ਮਤਲਬ ਆਸ਼ੀਰਵਾਦ ਮਿਲ ਗਿਆ ਆ ਤੇ ਇਲੈਕਸ਼ਨ ਹੁਣ ਆਪਾਂ ਜਿੱਤ ਜਾਣਾ ਆ। ਤੇ ਉਹਨਾਂ ਨੇ ਮਤਲਬ ਕਾਊਂਟਰ ਦੇ ਵਿੱਚ ਜੈ ਸ਼੍ਰੀ ਰਾਮ ਦੇ ਕਾਊਂਟਰ ਦੇ ਵਿੱਚ ਨਾਰਾ ਇਹ ਦਿੱਤਾ ਵੀ ਜੈ ਜੈ ਹਨੂਮਾਨ, ਵੀ ਸਾਨੂੰ ਤਾਂ ਹੁਣ ਬੀਜੇਪੀ ਇਹ ਵੀ ਫਸ ਗਈ ਵੀ ਜੇ ਹੁਣ ਇਹ ਕਹਿੰਦੇ ਆ ਵੀ ਨਹੀਂ ਵੀ ਤੁਸੀਂ ਉਹਨੂੰ ਵੋਟਾਂ ਨਾ ਪਾਓ ਵੀ ਕੇਜਰੀਵਾਲ ਨੂੰ, ਤੇ ਇਹ ਸਿਆਪਾ ਪੈਂਦਾ ਆ ਵੀ ਉਹ ਤਾਂ ਕਹੀ ਜਾਂਦਾ ਆ ਵੀ ਆਸ਼ੀਰਵਾਦ ਅਸੀਂ ਲੈ ਆਏ ਆ ਤੇ ਜਿੱਤ ਦਾ ਆਸ਼ੀਰਵਾਦ ਆ। ਤੇ ਇਹ ਇਸੇ ਵਾਲ ਹੀ ਆ, ਵੈਸੇ ਚਾਹੀਦਾ ਨਹੀਂ, ਪੋਲਿਟਿਕਸ ਦੇ ਵਿੱਚ ਮਜ਼ਹਬ ਨਹੀਂ ਆਉਣਾ ਚਾਹੀਦਾ, ਫੇਰ ਹੀ ਮੁਲਕ ਤਰੱਕੀ ਕਰ ਸਕਦੇ ਆ, ਤੇ ਅਦਰਵਾਈਜ਼ ਨਹੀਂ ਤਾਂ ਫਿਰ ਹਿੰਦੂ ਮੁਸਲਮਾਨ ਤੇ ਸਾਰੇ ਪਾਸੇ ਇਹ ਕੁਛ ਹੀ ਹੁੰਦਾ ਰਹੂਗਾ। ਤੇ ਬੜਾ ਵਧੀਆ ਹੋਇਆ ਆ, ਜਾਣੀ ਕਿ ਕੁੱਲ ਮਿਲਾ ਕੇ ਬੀਜੇਪੀ ਨੂੰ ਵੀ ਹੁਣ ਸਮਝ ਲੈਣਾ ਚਾਹੀਦਾ ਵੀ ਇਹ ਕੰਮ ਨਹੀਂ ਚੱਲਣਾ। ਗਵਰਨਮੈਂਟ ਕਿਸੇ ਵੀ ਮੁਲਕ ਦੇ ਵਿੱਚ ਉਹ ਹੀ ਚੱਲੂਗੀ ਜਿਹੜੇ ਲੋਕਾਂ ਦੇ ਕੰਮ ਹੋਣਗੇ, ਗਾਂ ਲੋਕਾਂ ਦੇ ਬੱਚਿਆਂ ਦਾ ਫਿਊਚਰ ਜਿਹੜਾ ਆ ਉਹ ਬਣੂਗਾ। ਤੇ ਜੇ ਮਜ਼ਹਬੀ ਨਾਰੇ ਲਾ ਕੇ ਕੰਮ ਚਲਾਉਣਾ ਆ ਤੇ ਉਹ ਥੋੜਾ ਚਿਰ ਤਾਂ ਚੱਲ ਸਕਦਾ ਆ, ਥੋੜਾ ਚਿਰ ਤਾਂ ਇੱਕ ਦੂਜੇ ਨੂੰ ਬੇਵਕੂਫ ਬਣਾਇਆ ਜਾ ਸਕਦਾ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ 80% 85% ਵੈਸੇ ਇਹ ਕਹਿੰਦੇ ਆ, ਮੈਂ ਨਹੀਂ ਮੰਨਦਾ ਵੀ ਇੰਨੇ ਹਿੰਦੂ ਹੈਗੇ ਆ। ਜੇ ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਇੰਨੇ ਹਿੰਦੂ ਹੈਗੇ ਆ ਤੇ ਫਿਰ ਹਿੰਦੂ ਖਤਰੇ 'ਚ ਕਿਉਂ ਆ? ਭਾਵੇਂ ਕਾਂਗਰਸ ਜਿੱਤੇ, ਭਾਵੇਂ ਆਪ ਜਿੱਤੇ ਤੇ ਭਾਵੇਂ ਬੀਜੇਪੀ ਜਿੱਤੇ, ਹਕੂਮਤ ਦੇ ਵਿੱਚ ਤਾਂ ਹਿੰਦੂ ਨਹੀਂ ਆਉਣਾ ਆ। ਤੇ ਫਿਰ ਕੀ ਮਤਲਬ ਹਿੰਦੂ ਕਿਉਂ ਖਤਰੇ ਦੇ ਵਿੱਚ ਆ? ਗੱਲ ਇਹ ਆ ਵੀ ਇਹ ਸਾਰਾ ਕੁਝ ਚੇਂਜ ਕਰਨਾ ਚਾਹੁੰਦੇ ਆ। ਹਾਂ ਤੇ ਹਾਂਜੀ ਬੀਜੇਪੀ ਨੂੰ ਸਪੋਰਟ ਕੀਤਾ ਬਿਲਕੁਲ ਵੀਰ ਅਦੀਲ, ਹਾਂ ਉਹਨਾਂ ਨੇ ਬਿਲਕੁਲ ਸਪੋਰਟ ਕੀਤਾ ਆ। ਉਹਨਾਂ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਵੀ ਬਸ ਮਾਹੌਲ ਚੇਂਜ ਹੋ ਰਿਹਾ ਆ, ਕਿਉਂਕਿ ਆ ਜਿਹੜਾ JNU ਦੇ ਵਿੱਚ ਜੋ ਕੁਝ ਹੋਇਆ ਤੇ ਉਦੋਂ ਬਾਅਦ ਜਾਮੀਆਂ ਦੇ ਵਿੱਚ ਹੋਇਆ, ਇਹ ਇਸੇ ਕਰਕੇ ਹੀ ਸੀ। ਇਹਨਾਂ ਨੇ ਇਸੇ ਕਰਕੇ ਹੀ ਸਾਰਾ ਕੁਝ ਕੀਤਾ ਆ ਵੀ ਹਾਰਡਕੋਰ ਜਿਹੜੇ ਮਤਲਬ ਬੜੇ ਕੱਟੜਵਾਦੀ ਲੋਕ ਆ ਵੀ ਉਹਨਾਂ ਨੂੰ ਭੜਕਾਇਆ ਜਾਵੇ। ਭੜਕਾਇਆ ਵੀ ਆ, ਤਾਂ ਕਰਕੇ ਹੀ 7-8% ਵੋਟ ਸ਼ੇਅਰ ਵੱਧ ਗਿਆ ਆ। ਤੇ ਪਰ ਕਿੰਨਾ ਕੁ ਚਿਰ ਐਵੇਂ ਨਹੀਂ ਚੱਲ ਸਕਦਾ, ਜਿੰਨਾ ਚਿਰ ਘਰ ਦੇ ਅੰਦਰ ਦਾਣੇ ਨਹੀਂ ਨਾ, ਤੇ ਜਿੰਨਾ ਚਿਰ ਬੰਦੇ ਨੂੰ ਇਹ ਨਹੀਂ ਵੀ ਮੇਰਾ ਜਿਹੜਾ ਬੱਚਾ ਆ ਉਹਨੂੰ ਕੋਈ ਚੰਗੀ ਜੌਬ ਮਿਲੂਗੀ, ਉਹਦਾ ਕੋਈ ਚੰਗਾ ਫਿਊਚਰ ਆ, ਉਹਨਾਂ ਚਿਰ ਹੋਰ ਨਹੀਂ ਕੁਝ ਪਾਉਂਦਾ। ਤੇ ਬੜਾ ਵਧੀਆ ਕੀਤਾ ਆ, ਇੱਕ ਨਵੀਂ ਸ਼ੁਰੂਆਤ ਆ। ਦਿੱਲੀ ਨੇ ਪੂਰੇ ਮੁਲਕ ਨੂੰ ਰਾਹ ਵਿਖਾਇਆ ਆ ਵੀ ਪੋਲਿਟਿਕਸ ਆ ਵੀ ਹੁੰਦੀ ਆ ਤੇ ਕੰਮਾਂ ਦੇ ਆਧਾਰ ਤੇ ਵੀ ਵੋਟ ਮੰਗੀ ਜਾ ਸਕਦੀ ਆ, ਕੱਲਾ ਹਿੰਦੂ ਮੁਸਲਮਾਨ ਦੇ ਨਾਂ ਤੇ ਨਹੀਂ। ਤੇ ਰੱਬ ਸੁੱਖ ਰੱਖੇ ਸਾਡੇ ਵੀ ਹੋਰ ਜਿਹੜੇ ਆਂਢ ਗੁਆਂਢ ਜਿੰਨੇ ਵੀ ਪੋਲੀਟੀਸ਼ੀਅਨ ਆ, ਸਾਡੇ ਪੰਜਾਬ ਵਾਲੇ ਵੀ, ਲਹਿੰਦੇ ਵਾਲੇ ਵੀ, ਚੜ੍ਹਦੇ ਵਾਲੇ ਵੀ, ਇਹ ਵੀ ਕੰਮ ਕਰਨ ਤੇ ਕਰ ਵੀ ਰਹੇ ਆ। ਇਹ ਨਹੀਂ ਹੈ ਵੀ ਨਹੀਂ ਕਰ ਰਹੇ। ਤੁਹਾਡੇ ਲਹਿੰਦੇ ਵਾਲੇ ਪਾਸੇ ਤਾਂ ਕੁਝ ਬਿਹਤਰ ਆ ਤੇ ਸਾਡੇ ਵਾਲੇ ਪਾਸੇ ਤਾਂ ਜੇ ਕੰਮ ਠੀਕ ਠਾਕ ਹੀ ਆ।